ਹਮੇਸ਼ਾ ਆਪਣੇ ਕੋਲ ਜਥੇਦਾਰ ਵੇਦਾਂਤੀ ਆਉਂਦੇ ਹੁੰਦੇ ਸੀ, ਉਹਨਾਂ ਕੋਲ ਲਿਸਟ ਬਣਾਈ ਹੁੰਦੀ ਸੀ, ਉਹਨਾਂ ਨੇ ਕਈ ਵੇਲੇ ਮੇਰੇ ਨਾਲ ਗੱਲ ਕਹਿਣਾ। ਪਰ ਅਮਰੀਕ ਸਿੰਘ, ਇਹ ਗੱਲ ਆਪਾਂ ਪ੍ਰੈਸ 'ਚ ਨਹੀਂ ਹੱਲੇ ਕਰਨੀ, ਜਦੋਂ ਪੰਥ ਸਿਰ ਜੋੜ ਕੇ ਬੈਠੂਗਾ ਉਦੋਂ ਆਪਾਂ ਕਰਾਂਗੇ ਨਾ। ਤੇ ਡਾਕਟਰ ਸਾਹਿਬ, ਆਪ ਜੀ ਉਸ ਖਬਰ ਦੀ ਪੁਸ਼ਟੀ ਕਰ ਦਿਓ ਕਿ ਵਾਕਿਆ ਹੀ ਕੋਈ ਇਦਾਂ ਦੇ ਜੀ ਸਰੂਪ ਛਪੇ ਆ ਜਾਂ ਜਿੱਦਾਂ ਵੀ ਹੈ ਜੀ। ਜੀ ਹਾਂਜੀ ਹਾਂਜੀ, ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਇੱਥੇ ਸਿੰਘ ਸਭਾ ਡਰਬੀ ਵਿਖੇ ਸਮਾਗਮ ਹੋਇਆ ਸੀ ਇੱਕ ਹਫ਼ਤੇ ਦਾ, ਈਸਟਰ ਬ੍ਰੇਕ ਦੇ ਵਿੱਚ। ਤੇ ਉਸ ਦੇ ਵਿੱਚ ਐਂਡ ਦੇ ਉੱਤੇ ਆਣ ਕੇ 6 ਮਤੇ ਪਾਸ ਕੀਤੇ ਸੀ। 6 ਮਤਿਆਂ ਦੇ ਵਿੱਚੋਂ ਇੱਕ ਮਤਾ ਸੀ, ਉਹ ਮੈਂ ਪੜ੍ਹ ਕੇ ਸੁਣਾ ਦਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਦੌਰਾਨ ਗੁਰਬਾਣੀ ਵਿੱਚ ਹੇਰ-ਫੇਰ ਕਰਕੇ ਛਾਪਣਾ ਬੱਜਰ ਗੁਨਾਹ ਹੈ। ਅਮਰੀਕਾ ਦੀ ਇੱਕ ਸੰਸਥਾ ਵੱਲੋਂ ਗੁਰਬਾਣੀ ਦੀਆਂ ਲਗਾ ਮਾਤਰਾ ਵਿੱਚ ਅਦਲਾ-ਬਦਲੀ ਕਰਕੇ ਇਹ ਅਵੱਗਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਥਾ ਅਜਿਹੀ ਮਨਮਤ ਦਾ ਸਖਤ ਵਿਰੋਧ ਕਰਦਾ ਹੈ। ਬੀਤੇ ਸਮੇਂ ਵਿੱਚ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਵੱਲੋਂ ਛਪਾਈ ਸਮੇਂ ਹੁੰਦੀਆਂ ਉਕਾਈਆਂ ਬਾਰੇ ਸ਼੍ਰੋਮਣੀ ਕਮੇਟੀ ਨੂੰ ਖਰੜਾ ਤਿਆਰ ਕਰਕੇ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਪੰਥ ਦੇ ਵਿਦਵਾਨਾਂ ਦਾ ਇੱਕ ਪੈਨਲ ਬਣਾ ਕੇ ਪੰਥ ਪ੍ਰਵਾਨਿਤ ਸਰੂਪ ਤਿਆਰ ਕਰਵਾਏ, ਜਿਸ ਵਿੱਚ ਕੋਈ ਵੀ ਹੇਰ-ਫੇਰ ਕਰਨ ਦੀ ਅਵੱਗਿਆ ਨਾ ਕਰ ਸਕੇ ਅਤੇ ਕਮੇਟੀ ਇਸ ਦੇ ਸਖਤੀ ਨਾਲ ਪਹਿਰਾ ਦੇਵੇ। ਸੋ ਸਾਰੰਸ਼ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਇਹੀ ਹੈ। ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਕਹਿੰਦੇ ਨੇ ਵੀ ਆਹ ਬਾਣੀ ਕੱਢ ਦਿੱਤੀ, ਉਹ ਪਾ ਦਿੱਤੀ, ਇਹੋ ਜੀ ਗੱਲ ਕੋਈ ਨਹੀਂ ਹੈਗੀ। ਇਹ ਗੱਲਾਂ ਦੇ ਵਿੱਚੋਂ ਗੱਲਾਂ ਕਈ ਵਾਰ ਬਹੁਤ ਵਧਾ ਚੜਾ ਕੇ ਕੀਤੀਆਂ ਜਾਂਦੀਆਂ। ਜਿਹੜੀ ਅਸਲੀਅਤ ਆ, ਥਮਿੰਦਰ ਸਿੰਘ ਸਿੱਖ ਬੁੱਕ ਕਲੱਬ ਵਾਲੇ ਨੇ ਕੁਝ ਪਹਿਲਾਂ ਬੀੜਾਂ ਛਪਾਈਆਂ ਸੀ ਚਾਈਨਾ ਤੋਂ, ਤੇ ਕੁਝ ਫਿਰ ਹੁਣ ਬੀੜਾਂ ਉਹਨੇ ਛਪਾਈਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਸਪੈਲਿੰਗ ਮਿਸਟੇਕਸ ਆ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਨੇ, ਉਹ ਉਹਨਾਂ ਨੂੰ ਆਪਣੇ ਹਿਸਾਬ ਨਾਲ ਕਰੈਕਸ਼ਨ ਕਰਕੇ ਤੇ ਬੀੜ ਤਿਆਰ ਕੀਤੀ ਆ। ਜਿਹੜੀ ਬੀੜ ਉਹਨਾਂ ਦੀ ਵੈਬਸਾਈਟ ਤੇ ਅਵੇਲੇਬਲ ਆ, ਸਿੱਖ ਬੁੱਕ ਕਲੱਬ ਤੇ ਜਾਓ ਤੇ ਉੱਥੇ ਜਾ ਕੇ ਤੁਸੀਂ ਉਹਨੂੰ ਡਾਊਨਲੋਡ ਵੀ ਕਰ ਸਕਦੇ ਆ। ਜੋ ਕੁਝ ਇਹਨਾਂ ਨੇ ਇਹਦੇ ਵਿੱਚ ਕੀਤਾ ਹੈ, ਜੋ ਮੈਂ ਇੱਕ ਹੋਰ ਵੀ ਵੀਡੀਓ ਸੁਣੀ ਆ ਜਿਹੜੀ ਇਸ ਤੇ ਟਿੱਪਣੀ ਕਰਦੀ ਆ, ਉਹਨਾਂ ਨੇ ਕੁਝ ਦੱਸਿਆ ਕਿ ਬਿੰਦੀਆਂ ਪਾਈਆਂ ਤੇ ਕਈ ਸਪੈਲਿੰਗ ਜਿਹੜੇ ਆ ਉਹ ਅੱਗੇ ਪਿੱਛੇ ਕੀਤੇ ਨੇ। ਕਈ ਥਾਂ ਕਨੌੜਾ ਕੱਢ ਦਿੱਤਾ, ਸਿਹਾਰੀ ਕੱਢ ਦਿੱਤੇ, ਸੋਚ ਨਾ ਹੋਈ, ਸੋਚ ਦਾ ਜਿਹੜੀ ਸਿਹਾਰੀ ਕੱਟੀ ਆ, ਤੇ ਆਪੋਂ ਜੋ ਉੱਥੇ ਕਹਿੰਦੇ ਨੇ ਹਾਹੇ ਨੂੰ ਔਂਕੜਿਆ, ਉੱਥੇ ਪੱਪੇ ਨੂੰ ਕਨੌੜਾ ਪਾ ਕੇ ਬਿੰਦੀ ਪਾਈ ਆ, ਜਾਂ ਇਦਾਂ ਦਾ ਮਤਲਬ ਇਸ ਤਰ੍ਹਾਂ ਦਾ ਹੈ। ਇੱਕ ਐਂਡ ਦੇ ਉੱਤੇ ਜਿਹੜਾ ਰਾਗਮਾਲਾ, ਉਹ ਐਂਡ ਦੇ ਉੱਤੇ 1429 ਪੇਜ ਤੇ 13 ਕੀਤਾ ਜਾਤੋ ਨਾ ਹੀ ਖਤਮ ਹੋ ਜਾਂਦਾ ਹੈ, ਤੇ ਫਿਰ ਇੱਕ ਪੇਜ ਖਾਲੀ ਆ ਰਾਗਮਾਲਾ, ਉਹਦੇ ਅਗਲੇ ਪੇਜ ਤੇ ਪਾਈ ਗਈ, ਉਹਦੇ ਉੱਤੇ ਪੇਜ ਨਹੀਂ ਲਿਖਿਆ। ਇਹ ਉਹਨਾਂ ਨੇ ਦਿਖਾਇਆ ਜੋ ਮੈਂ ਵੀਡੀਓ ਵਿੱਚ ਦੇਖਿਆ। ਸੋ ਇਹਦੀ ਗੱਲ ਇਹ ਹੈ ਕਿ ਪਹਿਲੀ ਗੱਲ ਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਡਿਫਰੈਂਟ ਤਰੀਕੇ ਨਾਲ ਸਪੈਲਿੰਗ ਚੇਂਜ ਕਰਕੇ ਤੇ ਨਵੀਂ ਬੀੜ ਤਿਆਰ ਕਰੇ। ਇਸੇ ਤਰ੍ਹਾਂ ਹੀ ਪੁਰਾਤਨ ਸਮੇਂ ਦੇ ਵਿੱਚ ਵੀ ਚੇਂਜਸ ਆਈਆਂ ਨੇ। ਉਹਨਾਂ ਨੇ ਐਗਜ਼ਾਮਪਲ ਇਹ ਦਿੱਤੀ ਗਈ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੇ ਪਹਿਲੇ ਛਪਾਏ ਤੇ ਹੁਣ ਵਾਲੇ ਛਪਾਏ, ਜੇ ਤੁਸੀਂ ਬੀੜਾਂ ਦੇਖੋ ਜਾਂ ਗੁਟਕੇ ਵੀ ਦੇਖ ਲਓ, ਉਹਨਾਂ ਵਿੱਚ ਵੀ ਵੇਰੀਏਸ਼ਨ ਬਹੁਤ ਹੈਗੀ ਆ। ਕਈ ਤਰ੍ਹਾਂ ਦੀਆਂ ਵੇਰੀਏਸ਼ਨ, ਖਾਸ ਕਰਕੇ ਮੰਗਲਾਚਰਨ ਦੀ ਵੇਰੀਏਸ਼ਨ ਦੱਸੀ ਗਈ ਆ। ਕਈਆਂ ਨੇ ਜਥੇਬੰਦੀਆਂ ਨੇ ਇਦਾਂ ਦੇ ਵੀ ਸਰੂਪ ਕੀਤੇ ਤਿਆਰ ਕਿ ਉਦੋਂ 2 ਜੱਪ ਦੇ ਨਾਲ 2 ਡੰਡੀਆਂ ਉਡਾ ਦਿੱਤੀਆਂ। ਮਤਲਬ ਇਦਾਂ ਦੀ ਵੇਰੀਏਸ਼ਨ ਹੋ ਰਹੀ ਆ। ਇਸ ਕਰਕੇ ਇਹ ਇੱਕ ਦਾ ਦੋਸ਼ ਨਹੀਂ ਹੈ। ਮੈਂ ਕਹੂੰਗਾ ਪੰਥ ਵਿੱਚ ਬਹੁਤ ਜਗ੍ਹਾ ਇਹ ਹੋ ਰਿਹਾ ਜਿੱਥੇ ਸਪੈਲਿੰਗ ਮਿਸਟੇਕ, ਇੱਕ ਨੇ ਗਲਤੀ ਕੀਤੀ, ਉਹਨੇ ਉਹ ਗਲਤੀ ਰਿਪੀਟ ਕੀਤੀ ਗਾਂ, ਫਿਰ ਗਲਤੀ ਹੋਰ ਵੱਧ ਗਈ, ਉਹ ਤੋਂ ਗਾਂ ਹੋਈ ਗਈ। ਈਵਨ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਸੀਗੇ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ, ਉਹਨਾਂ ਨੇ ਵੀ ਕਈ ਦੱਸਿਆ ਕਿ ਸਪੈਲਿੰਗ ਮਿਸਟੇਕਸ ਇਹ ਚੱਲਦੀਆਂ ਆ ਰਹੀਆਂ, ਇਹ ਠੀਕ ਹੋਣੀਆਂ ਚਾਹੀਦੀਆਂ ਨੇ, ਇੰਪਰੂਵ ਹੋਣੇ ਚਾਹੀਦੀਆਂ। ਸੋ ਬੇਨਤੀ ਅਸੀਂ ਇਹੀ ਕਰਾਂਗੇ ਕਿ ਕੋਈ ਵੀ ਬੀੜ ਆਪ ਨਾ ਛਾਪੇ, ਸਪੈਲਿੰਗ ਮਿਸਟੇਕ ਜਿਹੜੇ ਉਹ ਹੋ ਰਹੇ ਨੇ ਉਹਨਾਂ ਦੀ ਕੋਸ਼ਿਸ਼ ਨਾ ਕਰੇ। ਅਸੀਂ ਬੇਨਤੀ ਕੀਤੀ ਸ਼੍ਰੋਮਣੀ ਕਮੇਟੀ ਨੂੰ ਕਿ ਪੰਥਕ ਧਿਰਾਂ ਸਾਰੀਆਂ ਇਕੱਠੀਆਂ ਬੈਠਣ। ਜਿਹੜਾ ਤੁਹਾਡੇ ਕੋਲ ਖਰੜਾ ਉਹ ਦੇ ਗਏ ਨੇ 1000 ਪੇਜ ਤੱਕ, ਵੇਦਾਂਤੀ ਜੀ ਔਰ ਤਲਵਾੜਾ ਜੀ, ਉਹ ਸਬਮਿਟ ਕਰੇ ਗਏ, ਉਹਨਾਂ ਨੇ ਚੇਂਜ ਕੋਈ ਨਹੀਂ ਕੀਤੀ, ਔਰ ਉਹਨਾਂ ਨੇ ਪੇਸ਼ ਕਰ ਦਿੱਤਾ ਕਿ ਇਹਦੇ ਤੇ ਫੈਸਲਾ ਤੁਸੀਂ ਪੰਥ ਨੇ ਕਰਨਾ, ਇਹ ਤੇ ਵਿਚਾਰ ਕਰ ਲਓ ਤੇ ਬਾਕੀ 400 ਪੇਜ ਜਿਹੜੇ ਉਹ ਤੁਸੀਂ ਪੂਰੇ ਕਰਾ ਲਓ। ਮਤਲਬ ਇੱਥੇ ਆ ਕਿ ਹੁਣ ਇਸ ਵੇਲੇ ਜ਼ਰੂਰਤ ਇਹ ਹੈ ਕਿ ਪੰਥ ਦੇ ਵਿਦਵਾਨ ਸਾਰੀਆਂ ਧਿਰਾਂ ਸਿਰ ਜੋੜ ਕੇ ਬੈਠਣ, ਜਿਹੜੇ ਵੇਦਾਂਤੀ ਜੀ ਕਹਿੰਦੇ ਹੁੰਦੇ ਸੀਗੇ, ਤੇ ਇੱਕ ਐਗਰੀਮੈਂਟ ਕਰਕੇ ਤੇ PDF ਇਹੋ ਜਿਹੀ ਤਿਆਰ ਕਰਨ ਜਿਹੜੀ ਸੀਲਬੰਦ ਹੋਵੇ ਔਰ ਉਸ ਤੋਂ ਵੇਰੀਏਸ਼ਨ ਕੋਈ ਨਾ ਕਰੇ। ਇਹ ਪੰਥ ਪ੍ਰਵਾਨਿਤ ਸੀਲਬੰਦ ਹੋਏ, ਕਿਉਂਕਿ ਜਿਹੜੀਆਂ ਚਲੀਆਂ ਆ ਰਹੀਆਂ ਨਾ ਗਲਤੀਆਂ, ਉਹ ਗਲਤੀਆਂ ਨੂੰ ਸੁਧਾਰਨ ਦੀ ਵੀ ਲੋੜ ਹੈ। ਜਿੱਥੇ ਐਗਰੀਮੈਂਟ ਬਣਦੀ ਉਹਨਾਂ ਨੂੰ ਸੁਧਾਰ ਲਓ, ਜਿੱਥੇ ਨਹੀਂ ਐਗਰੀ ਬਣਦੀ ਉਹ ਨਾ ਸੁਧਾਰੋ, ਉਹਨਾਂ ਨੂੰ ਉੱਦਾਂ ਰੱਖ ਲਓ, ਪਰ ਸੀਲਬੰਦ ਕਰ ਦਿਓ ਤਾਂ ਕਿ ਫਰਦਰ ਗਲਤੀ ਨਾ ਹੋਵੇ। ਇਹ ਇਸ ਵੇਲੇ ਪੰਥ ਦੀ ਜ਼ਰੂਰਤ ਆ, ਔਰ ਕਿਸੇ ਜਥੇਬੰਦੀ ਨੂੰ
ਕਿਸੇ ਇੰਡੀਵਿਜੂਅਲ ਨੂੰ, ਵਿਅਕਤੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਚੇਂਜਸ ਆਪਣੇ ਆਪ ਕਰਕੇ ਤੇ ਉਹ ਨਵੀਂ ਬੀੜ ਤਿਆਰ ਕਰਦੇ। ਈਵਨ ਬਿੰਦੀਆਂ ਲਾਉਣੀਆਂ ਵੀ ਮੈਂ ਕਹੂੰਗਾ ਠੀਕ ਨਹੀਂ ਹੈਗੀਆਂ। ਤੁਸੀਂ ਜੇ ਕਰਨਾ ਸੀ ਨਾ ਤੇ ਬੀੜ ਉਸੇ ਤਰ੍ਹਾਂ ਰੱਖਦੇ। ਥੱਲੇ ਕਮੈਂਟ ਦਿੱਤੇ ਜਾ ਸਕਦੇ ਵੀ ਕਈ ਫਲਾਣੀਆਂ ਪੁਰਾਤਨ ਬੀੜਾਂ ਵਿੱਚ ਆ ਰਿਹਾ, ਜਿੱਦਾਂ ਕਿ ਕਈ ਸਟੀਕਾਂ ਵਿੱਚ ਇਦਾਂ ਦਿੱਤਾ ਗਿਆ ਕਿ ਪੁਰਾਣੀ ਬੀੜ ਦੇ ਵਿੱਚ ਆ। ਏਦਾਂ ਪੁਰਾਤਨ ਬੀੜਾਂ ਜਿਹੜੀਆਂ ਨੇ ਇਕੱਠੀਆਂ ਕਰਕੇ 10-15 ਉਹਨਾਂ ਤੋਂ ਕੰਸੈਂਸਸ ਬਣਾ ਕੇ ਤੇ ਫਿਰ ਡਾਕਟਰ ਸਾਹਿਬ ਸਾਨੂੰ ਇਹ ਛਪਾਈ ਹੋਣੀ ਚਾਹੀਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਇਸ ਤਰ੍ਹਾਂ ਕਰ ਸਕਦੇ ਕਿ ਉਹਦੇ ਵਿੱਚ ਫੁੱਟਨੋਟ ਦੇ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ 'ਚ ਫੁੱਟਨੋਟ ਨਹੀਂ ਦਿੱਤਾ ਜਾ ਸਕਦਾ। ਹਾਂ, ਮੰਨ ਲਈ ਤੁਹਾਡੀ ਗੱਲ, ਸੈਂਚੀਆਂ ਗੁਰੂ ਜੇ ਉਹ ਗ੍ਰੰਥ ਸਾਹਿਬ ਛਾਪ 'ਚ ਨਾ ਦਿਓ, ਹਾਂ ਉਹ ਅੱਡ ਛਾਪਿਆ ਜਾ ਸਕਦਾ ਵੀ ਇਸ ਪੇਜ ਜੀ ਤੇ ਆ ਬਿਲਕੁਲ। ਫੁੱਟਨੋਟ ਉਹਦੀ ਮੈਂ ਐਕਸਪਲੇਨੇਸ਼ਨ ਥੋੜਾ ਨਾਲ ਜਿਹਾ ਸੈਪਰੇਟ ਕੀਤੀ ਜਾ ਸਕਦੀ ਹੈ। ਮੈਂ ਮੰਨਦਾ ਤੁਹਾਡੀ ਗੱਲ। ਮੈਂ ਥੋੜਾ ਜਿਹਾ ਸੰਗਤ ਨੂੰ ਕਲੀਅਰ ਕਰਾ ਦੇਵਾਂ ਜੀ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ 150 ਤੋਂ ਵੱਧ ਸਰੂਪ वेदांती जी ਤੇ ਤਲਵਾੜਾ ਜੀ ਨੇ ਹੱਥ ਲਿਖਤ ਸਰੂਪ ਔਰ ਪੁਰਾਤਨ ਸਰੂਪ ਜਿਹੜੇ ਆਥੈਂਟੀਕੇਟਡ ਸਰੂਪ ਸੀਗੇ 150 ਤੋਂ ਵੱਧ ਤੋਂ ਸਰੂਪ ਜਿਹੜੇ ਸੀਗੇ ਉਹਨਾਂ ਦੀ ਸਟੱਡੀ ਕਰਕੇ ਉਹਨਾਂ ਨੇ ਇਹ ਦੱਸਿਆ ਸੀ। ਜਿਸ ਤਰ੍ਹਾਂ ਆਪੋਂ ਦੇ ਵਿੱਚ ਕਨੋੜਾ ਲੱਗਾ ਆ ਵੀ ਇੱਥੇ ਮੂੰਹੋਂ ਤੇ ਆਪੋਂ ਦਾ ਕਨੋੜਾ ਜਿਹੜਾ ਆ ਉਹ ਬਿੰਦੀ ਆ ਪੁਰਾਤਨ ਸਰੂਪਾਂ ਦੇ ਵਿੱਚ। ਜਦੋਂ ਇਹਨਾਂ ਨੇ ਛਪਾਈ ਕੀਤੀ ਆ ਤੇ ਉਹ ਬਿੰਦੀ ਕਿਉਂਕਿ ਉਹ ਹੋੜੇ ਦੇ ਮੋਹਰਲੇ ਪਾਸੇ ਲੱਗਦੀ ਹੁੰਦੀ ਸੀ, ਪਿੱਛੇ ਹੁਣ ਲੱਗਣ ਲੱਗੀ ਆ ਤੇ ਉਹ ਮੋਹਰਲੇ ਪਾਸੇ ਲੱਗਦੀ ਹੋਈ ਉਹ ਥੋੜੀ ਖਿਸਕੀ ਬਿੰਦੀ ਤੇ ਉਹਦਾ ਕਨੋੜਾ ਬਣ ਗਿਆ। ਪਰ ਹੁਣ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪੁਰਾਤਨ ਸਰੂਪਾਂ 'ਚ ਹੈ ਔਰ ਇਹ ਗਲਤੀ ਛਪ ਰਹੀ ਆ। ਵੀ ਮੈਂ ਬੇਨਤੀ ਕਰੂੰਗਾ ਪੰਥ ਨੂੰ ਸਿਰ ਜੁੜ ਕੇ ਬੈਠੀਏ ਤੇ ਆਪਾਂ ਇੱਕ ਸੁਰਤਾ ਦੇ ਵਿੱਚ ਇਹ ਗੱਲ ਕਰੀਏ, ਕਿਉਂਕਿ ਇਹ ਸਾਡੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ ਆ। ਔਰ ਬਹੁਤ ਸਿਆਣੀ ਗੱਲ ਕਰਦੇ ਹੁੰਦੇ ਸੀਗੇ ਇਸ ਗੱਲ ਦੇ ਉੱਤੇ ਤਲਵਾੜਾ ਜੀ ਨੇ ਵੀ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਤਾਂ ਦੱਸੀ ਕਿਉਂਕਿ ਡਾਕਟਰ ਸਾਹਿਬ ਨੇ ਇਸ ਗੱਲ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਆ ਕਿ ਆਪਾਂ ਨੂੰ ਸਿਰ ਜੋੜ ਕੇ ਇਸ ਮੁੱਦੇ ਦੇ ਉੱਪਰ ਇਸ ਤਰ੍ਹਾਂ ਨਿਪਟਾਰਾ ਕੀਤਾ ਜਾ ਸਕਦਾ। ਏਦਾਂ ਨਹੀਂ ਕਿ ਆਪਾਂ ਧੱਕੇ ਦੇ ਨਾਲ ਹੁਣ ਸਰੂਪ ਛਾਪਿਆ ਜਾਵੇ। ਭਾਈ ਜੋਗਿੰਦਰ ਸਿੰਘ ਜੀ, ਆਪ ਜੀ ਕੁਝ ਕਹਿਣਾ ਚਾਹੁੰਦੇ ਸਿੰਘ ਜੀ? ਜੀ, ਮੈਂ ਇੱਕ ਮਿੰਟ ਮੈਂ ਇਹ ਨਾਲ ਇਹ ਵੀ ਬੇਨਤੀ ਕਰ ਦਵਾਂ ਕਿ ਕਈ ਸੱਜਣ ਤਲਵਾੜਾ ਜੀ ਨੂੰ ਤੇ वेदांती ਜੀ ਨੂੰ ਗਲਤ ਕਹਿ ਰਹੇ ਨੇ। ਲਓ ਜੀ ਉਹਨਾਂ ਨੇ ਬੀੜ ਖੰਡਨ ਕਰਤੀ, ਉਹਨਾਂ ਨੇ ਆਹ ਕਰਤਾ। ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਆਪਣੀ ਸਟੱਡੀ ਕਰਕੇ ਬੀੜਾਂ ਨੂੰ ਤਿਆਰ ਕਰਕੇ ਤੇ ਖਰੜਾ ਕਮੇਟੀ ਨੂੰ ਦੇ ਦਿੱਤਾ ਵਿਚਾਰ ਵਾਸਤੇ। ਉਹਨਾਂ ਨੇ ਕੁਝ ਪਾਇਆ ਨਹੀਂ, ਕੁਝ ਸੁਜੈਸਟ ਨਹੀਂ ਕੀਤਾ। ਡਿਫਰੈਂਟ ਬੀੜਾਂ ਦਾ ਕੰਪੈਰੀਜ਼ਨ ਕਰਕੇ ਵੀ ਆਹ ਕੰਸੈਂਸਸ ਬਣਦੀ ਆ, ਬਾਕੀ ਫੈਸਲਾ ਤੁਸੀਂ ਕਰ ਲਓ। ਉਹਨਾਂ ਨੇ ਆਪਣੇ ਵੱਲੋਂ ਕੋਈ ਨਾ ਬੀੜ ਛਾਪੀ ਆ, ਨਾ ਕੋਈ ਬੀੜ ਚੇਂਜ ਕੀਤੀ ਆ, ਨਾ ਕੁਝ ਹੋਰ ਕੁਝ ਕੀਤਾ। ਇਸ ਕਰਕੇ ਸਾਨੂੰ ਉਹਨਾਂ ਦੀ ਭਾਵਨਾ ਨੂੰ ਅੰਡਰਸਟੈਂਡ ਕਰਨਾ ਚਾਹੀਦਾ। ਉਹ ਸਟੱਡੀ ਸੀ, ਸਟੱਡੀ ਕਰਕੇ ਸਾਨੂੰ ਉਹਨਾਂ ਨੇ ਕੰਸੈਂਸਸ ਡਿਵੈਲਪ ਕਰਕੇ ਇੱਕ ਖਰੜਾ 1000 ਪੇਜ ਤੱਕ ਦਿੱਤਾ, 1000 ਪੰਨੇ ਤੱਕ। ਬਾਕੀ ਪੰਥ ਨੇ ਫੈਸਲਾ ਕਰਨਾ ਵੀ ਕਿਹੜਾ ਠੀਕ ਆ ਕਿਹੜਾ ਨਹੀਂ ਠੀਕ ਆ। ਉਹਨਾਂ ਨੇ ਆਪਣੇ ਵੱਲੋਂ ਕੁਝ ਨਹੀਂ ਕੀਤਾ, ਸਟੱਡੀ ਕੀਤੀ ਹੈ। ਇਸ ਕਰਕੇ ਇਸ ਚੀਜ਼ ਨੂੰ ਭੁੱਲਣਾ ਨਹੀਂ ਸਾਨੂੰ ਚਾਹੀਦਾ। ਉਹਨਾਂ ਨੇ ਸਾਰੀ ਉਮਰ ਲਾ ਕੇ ਸਟੱਡੀ ਕਰਕੇ ਬੀੜਾਂ ਦਿੱਤੀਆਂ। वेदांती ਜੀ ਦੇ ਕੋਲ ਤੇ ਬਹੁਤ ਜ਼ਿਆਦੀਆਂ ਬੀੜਾਂ ਉਹ ਨਾਲ ਲਈ ਫਿਰਦੇ ਹੁੰਦੇ ਸੀ। ਲੈਪਟਾਪ ਦੇ ਉੱਤੇ ਉਹਨਾਂ ਨੇ ਚਾੜੀਆਂ ਹੁੰਦੀਆਂ। ਉਹ ਜਦੋਂ ਕੋਈ ਸ਼ਬਦ ਅਸੀਂ ਕਹਿੰਦੇ ਸੀ ਉਹ ਦਿਖਾ ਦਿੰਦੇ ਕਿ ਆ ਇਸ ਬੀੜ ਚਾਹ ਲਿਖਿਆ, ਇਸ ਬੀੜ ਚਾਹ ਲਿਖਿਆ, ਉਸ ਵੇਲੇ ਦੱਸ ਦਿੰਦੇ ਹੁੰਦੇ ਸੀ। ਜਿੱਦਾਂ ਕਿ ਕੱਲ ਸ਼ਬਦ ਆ ਤੇ ਉਹਨੂੰ ਟੱਲ ਬਣ ਗਿਆ ਲਿਖਦੇ ਆ। ਹੁਣ ਟੱਲ ਕੋਈ ਘੱਟ ਨਹੀਂ ਹੋਇਆ ਤੇ ਇਹ ਹੁਣ ਪੁਰਾਣੀ ਗਲਤੀ ਆ ਗਈ, ਉਹ ਚੱਲੀ ਜਾ ਰਹੀ ਆ। ਹਾਂਜੀ ਬਿਲਕੁਲ ਜੀ 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 ਬਿਲਕੁਲ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਜੀ ਕਿ ਉਹ ਮੈਂ ਵੀ ਉਹਦੇ ਦਰਸ਼ਨ ਕੀਤੇ ਆ ਜੀ ਸਰੂਪ ਦੇ। ਭਾਈ ਜੋਗਿੰਦਰ ਸਿੰਘ ਨੇ ਸਟੱਡੀ ਕੀਤੀ ਆ ਹੁੰਦੇ। ਭਾਈ ਜੋਗਿੰਦਰ ਸਿੰਘ ਜੀ ਭਾਈ ਜੋਗਿੰਦਰ ਸਿੰਘ ਜੀ। ਹਾਂਜੀ, ਬੇਨਤੀ ਇਹ ਆ ਗੁਰੂ ਪਿਆਰੇ ਸਾਧ ਸੰਗਤ ਜੀਓ ਕਿ ਸਾਡੀ ਜਿਹੜੀ ਬਿਰਤੀ ਬਣ ਚੁੱਕੀ ਆ ਉਹ ਬਣ ਚੁੱਕੀ ਆ ਵਾਦ ਵਿਵਾਦ ਵਾਲੀ। ਝਗੜਾ ਕਰਨ ਨੂੰ ਬਹੁਤ ਛੇਤੀ ਤਿਆਰ ਹੋ ਜਾਂਦੇ ਆ, ਕਿਸੇ ਨੂੰ ਹਿਲਾਪ ਕਰਨ ਨੂੰ ਤਿਆਰ ਹੋ ਜਾਂਦੇ ਆ ਬਿਨਾਂ ਸੋਚੇ ਸਮਝੇ ਤੋਂ। ਜਦੋਂ ਦਾਸ ਦੇ ਸਾਹਮਣੇ ਇਹ ਗੱਲ ਆਈ ਕਿ ਸਿੱਖ ਬੁੱਕਸ ਕਲੱਬ ਵਾਲਿਆਂ ਨੇ ਇੱਕ ਸਰੂਪ ਤਿਆਰ ਕੀਤਾ ਮਹਾਰਾਜ ਦਾ, ਜਿਹਦੇ ਵਿੱਚ ਉਹਨੇ ਕੁਝ ਅਦਲਾ ਬਦਲੀ ਕੀਤੀ ਜਾਂ ਸੁਧਾਈ ਕੀਤੀ ਆ, ਤੇ ਕਿਸੇ ਦੀ ਗੱਲ ਸੁਣੇ ਤੋਂ ਬਗੈਰ ਜਾਂ ਇੱਕ ਵੀਡੀਓ ਦੇਖੀ ਕਿਸੇ ਦੀ ਜਿਹਤੇ ਉਹ ਕਾਫੀ ਕਰਦਾ ਸੀ ਨੁਕਤ ਚੀਨੀ, ਪਰ ਲੇਕਿਨ ਦਾਸ ਨੇ ਸੋਚਿਆ ਕਿਉਂ ਨਾ ਅਸੀਂ ਆਪ ਦੇਖੀਏ। ਤੇ ਦਾਸ ਨੇ ਉਹ ਡਾਊਨਲੋਡ ਕੀਤੀ ਉਹ ਫਾਈਲ PDF ਦੀ, ਤੇ ਉਹ ਤੋਂ ਪਾਠ ਆਪਣਾ ਆਰੰਭ ਕੀਤਾ। ਤੇ ਹੁਣ ਤੱਕ ਮੇਰੇ ਖਿਆਲ ਮੇਰਾ ਪਾਠ 500 ਦੇ ਅੰਕ ਤੇ ਜਾ ਚੁੱਕਾ। ਉਹ ਪਾਠ ਜਿਹੜੀਆਂ ਉਹਨਾਂ ਨੇ ਕੀਤੀਆਂ ਪੁਆਇੰਟ ਆਊਟ ਕਹਿ ਲਓ ਬਦਲਾਅ ਜਿਹੜੇ ਹੋਏ ਆ ਉਹ ਤੇ ਹੈ ਉਸ ਸਰੂਪ ਦੇ ਵਿੱਚ। ਤੇ ਕੁਝ ਬਿੰਦੀਆਂ ਬਹੁਤ ਥੋੜ੍ਹੀਆਂ ਲਾਈਆਂ ਗਈਆਂ। ਮੈਨੂੰ ਇੰਝ ਲੱਗਦਾ ਕਿ ਜਿਨ੍ਹਾਂ ਨੇ ਨਾ ਇਹ ਸ਼ਿਕਾਇਤ ਕਰ ਰਹੇ ਆ ਜਾਂ ਵਿਰੋਧ ਕਰ ਰਹੇ ਆ, ਜਿਸ ਪੱਖੋਂ ਵਿਰੋਧ ਕਰ ਰਹੇ ਆ, ਉਹ ਮੇਰਾ ਖਿਆਲ ਪੂਰਾ ਈਮਾਨਦਾਰ ਨਹੀਂ ਕਰ ਰਿਹਾ। ਆਪੇ ਰਸੀਆ ਆਪ ਰਸ, ਆਪੇ ਰਸੀਆ ਆਪ ਰਸ।
ਮੰਨੀ ਪ੍ਰਮੰਨੀ ਸ਼ਖਸੀਅਤ ਸਨ ਤੇ ਉਹਨਾਂ ਦਾ ਬੈਕਗ੍ਰਾਉਂਡ ਟਕਸਾਲ ਸੀਗਾ। ਟਕਸਾਲ ਵਿੱਚ ਪੜ੍ਹੇ ਸੀਗੇ ਵਿਦਵਾਨ, ਉੱਥੇ ਉਹਨੇ ਵਿੱਦਿਆ ਪ੍ਰਾਪਤ ਕੀਤੀ ਬਾਬਾ ਗੁਰਬਚਨ ਸਿੰਘ ਦੇ ਸਮੇਂ ਤੇ। ਫਿਰ ਉਹ ਅੰਮ੍ਰਿਤਸਰ ਟਕਸਾਲ ਜੀ ਪੜ੍ਹੇ, ਇਸ ਲਈ ਉਹ ਐਵੇਂ ਮਾਮੂਲੀ ਇਨਸਾਨ ਨਹੀਂ ਸਨ, ਮਾਮੂਲੀ ਗੁਰਸਿੱਖ ਨਹੀਂ ਸਨ। ਤੇ ਭਾਈ ਸਾਹਿਬ ਜੋਗਿੰਦਰ ਸਿੰਘ ਤਲਵਾੜਾ ਜੀ ਅਖੰਡ ਜਥੇ ਦੇ ਬਹੁਤ ਸਿਰਮੌਰ ਸੱਜਣਾ ਵਿੱਚੋਂ ਸਨ, ਜਿਹੜੇ ਬਹੁਤ ਖੋਜੀ ਪੁਰਸ਼ ਸਨ। ਉਧਰ ਗਿਆਨੀ ਗੁਰਦਿੱਤ ਸਿੰਘ ਜੀ ਜਿਹੜੇ ਸਿੰਘ ਸਭਾ ਸਾਹਿਬ ਦੇ ਪ੍ਰਧਾਨ ਸਨ, ਉਹ ਵੀ ਇਨਵੋਲਵ ਸੀਗੇ ਇਸ ਗੱਲ ਵਿੱਚ। ਸੋ ਇਹ ਇੱਕ ਪੱਖ ਗੱਲ ਨਹੀਂ ਹੁੰਦੀ ਸੀਗੀ। ਉਹਨਾਂ ਨੇ ਇਹ ਦੇਖਿਆ ਕਿ ਜਿਹੜੇ ਛਾਪੇ ਵਾਲੇ ਸਰੂਪ ਸ਼੍ਰੋਮਣੀ ਕਮੇਟੀ ਵੀ ਛਾਪ ਰਹੀ ਆ ਜਾਂ ਦੁਕਾਨਾਂ ਵਾਲੇ, ਉਹਨਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਰਹੀਆਂ ਹਨ। ਉਹਨਾਂ ਨੇ ਉਹ ਸਰੂਪ ਪ੍ਰਕਾਸ਼ ਕਰਕੇ ਬਾਕੀ ਜਿਹੜੇ ਸੀਗੇ ਹੱਥ ਲਿਖਤ ਸਰੂਪ ਜਿਨ੍ਹਾਂ ਦੇ ਇਹ ਸੀਗਾ ਵੀ ਇਹ ਕਾਫੀ ਸ਼ੁੱਧ ਆ, ਉਹਨਾਂ ਦਾ ਪ੍ਰਕਾਸ਼ ਕਰਕੇ ਉਹਨੇ ਫਿਰ ਕੰਪੈਰੀਜ਼ਨ ਕਰਨਾ ਕਿ ਕਿਹੜੀ ਸਹੀ ਲੱਗਦੀ ਆ। ਉਹਨਾਂ ਨੇ ਫਿਰ ਰਿਪੋਰਟ ਤਿਆਰ ਕੀਤੀ ਜਿਹੜੀ ਕਿ ਮੇਰੇ ਖਿਆਲ ਮੁਕੰਮਲ ਨਹੀਂ ਹੋ ਸਕੀ, ਪਰ ਲੇਕਿਨ ਜਿੰਨੀ ਵੀ ਹੈਗੀ ਆ 1000 ਪੰਨੇ ਤੱਕ ਜਾਂ ਗਾਹਾਂ ਉਹਨਾਂ ਨੇ ਕੀਤੀ ਪੇਸ਼ ਸ਼੍ਰੋਮਣੀ ਕਮੇਟੀ ਨੂੰ। ਤੇ ਮੇਰੇ ਖਿਆਲ ਉਸ ਪੇਸ਼ ਕੀਤੀ ਨੂੰ 20 ਸਾਲ ਤੋਂ ਉੱਪਰ ਹੋ ਗਏ ਹੋਣਗੇ। ਸਾਡੀ ਬਦਕਿਸਮਤੀ ਇਹ ਆ ਕਿ ਪੰਥੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੇ ਕੋਈ ਉੱਤੇ ਐਕਸ਼ਨ ਨਹੀਂ ਲਿਆ। ਚਾਹੀਦਾ ਇਹ ਸੀਗਾ ਜਦੋਂ ਰਿਪੋਰਟ ਨੂੰ ਮਿਲੀ ਸੀਗੀ ਉਸ ਰਿਪੋਰਟ ਨੂੰ ਮੁਕੰਮਲ ਕਰਾਉਂਦੇ, ਹੋਰ ਸੇਵਾਦਾਰ ਲਾ ਕੇ, ਤੇ ਫਿਰ ਵਿਦਵਾਨਾਂ ਦਾ ਇਕੱਠ ਬੁਲਾ ਕੇ ਉਹਦੀ ਪ੍ਰੋੜਤਾ ਕਰਾਉਂਦੇ ਵੀ ਹਾਂ ਇਹ ਠੀਕ ਲੱਗਦਾ ਆ। ਇਹ ਕਰਨ ਦੀ ਬਜਾਏ ਉਹਨੇ ਕੁਝ ਵੀ ਨਹੀਂ ਕੀਤਾ। ਜਿਨ੍ਹਾਂ ਸੱਜਣਾਂ ਨੇ ਇਹ PDF ਛਾਪੀ ਜਾਂ ਸਰੂਪ ਛਾਪ ਰਹੇ ਹਨ, ਮੇਰੇ ਖਿਆਲ ਮੈਂ ਉਹਨਾਂ ਦੀ ਪੂਰੀ ਰਿਪੋਰਟ ਨਹੀਂ ਪੜ੍ਹੀ, ਪਰ ਲੇਕਿਨ ਜੋ ਸੁਣਿਆ ਉਹ ਕਹਿ ਰਿਹਾ ਵੀ ਸਾਡਾ ਇੰਤਰਾਜ ਇਹ ਹੈ ਵੀ ਨਹੀਂ ਕੀਤਾ ਕੁਛ ਨਹੀਂ। ਇਸ ਲਈ ਅਸੀਂ ਉਹ ਸੁਧਾਈ ਕੀਤੀ ਆ ਜਿਹੜੀ ਕਿ ਰეკਮੈਂਡ ਕੀਤੀ ਗਈ ਸੀਗੀ ਭਾਈ ਸਿੰਘ ਸਾਹਿਬ ਗਿਆਨੀ ਜਿੰਦਰ ਤਲਵਾੜਾ ਬਦਾਂਤੀ ਵੱਲੋਂ ਤੇ ਭਾਈ ਸਾਹਿਬ ਭਾਈ ਜਿੰਦਰ ਤਲਵਾੜਾ ਜੀ ਵੱਲੋਂ। ਜਿਹੜੀ ਰਿਪੋਰਟ ਵੀ ਪੇਸ਼ ਕੀਤੀ ਉਹਨੇ ਆਪ ਨਹੀਂ ਕੀਤੀ ਕੋਈ ਅਦਲ ਵਾਲੀ, ਪਰ ਉਹਨੇ ਇਹ ਕੀਤੀ ਸੀ ਪੇਸ਼। ਮੇਰੀ ਆਪਣੀ ਰਾਏ ਇਹ ਆ ਵੀ ਕਿਸੇ ਵੀ ਇੱਕ ਸੱਜਣ ਜਾਂ ਸੰਸਥਾ ਨੂੰ ਇਹ ਅਧਿਕਾਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਦਲਣਾ। ਪਰ ਸਾਡੀ ਬਦਕਿਸਮਤੀ ਇਹ ਆ ਕਿ ਸਰੂਪ ਬਦਲਦਾ ਰਿਹਾ ਆ, ਚਾਹੇ ਛਾਪੇ ਵਾਲਿਆਂ ਵੱਲੋਂ ਚਾਹੇ ਸ਼੍ਰੋਮਣੀ ਕਮੇਟੀ ਵੱਲੋਂ, ਗਲਤੀਆਂ ਕਰਕੇ। ਇਸ ਲਈ ਮੈਂ ਤੇ ਇਹੀ ਬੇਨਤੀ ਕਰੂੰਗਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਰੌਲਾ ਪਾਉਣ ਦੀ ਬਜਾਏ ਚਾਹੀਦਾ ਇਹ ਆ ਕਿ ਉਹ ਪੰਥ ਦੇ ਜਿਹੜੇ ਡੂੰਘੇ ਖੋਜੀ ਸੱਜਣ ਹਨ, ਇੱਥੇ ਜ਼ਬਾਨ ਦੀ ਗੱਲ ਨਹੀਂ ਆਉਣੀ, ਇੱਥੇ ਖੋਜੀਆਂ ਦੀ ਗੱਲ ਹੋਣੀ, ਕਿਹੜੇ ਖੋਜ ਦੇ ਪੱਖੋਂ ਜਿਹੜੇ ਸਰੂਪਾਂ ਨੂੰ ਦਰਸ਼ਨ ਕੀਤੇ ਵਾ, ਜਿਹੜੇ ਜਾਣ ਦੇ ਸਟਾਈਲ ਨੂੰ ਲਿਖਤਾਂ ਢੰਗ ਨੂੰ ਜਾਣਦੇ ਆ, ਉਹਨਾਂ ਦੇ ਕਮੇਟੀ ਬਣਾਈ ਜਾਵੇ। ਉਹ ਇਹ ਸਾਰੀ ਰਿਪੋਰਟ ਨੂੰ ਦੇਖੇ ਤੇ ਫਿਰ ਕੋਈ ਫੈਸਲਾ ਦੇਣ। ਉਸ ਤੱਕ ਸਿੱਖ ਬੁੱਕਸ ਕਲੱਬ ਨੂੰ ਆਪਣੀ ਜਿਹੜੀ ਕਾਰਵਾਈ ਉਹ ਬੰਦ ਕਰਨੀ ਚਾਹੀਦੀ ਆ, ਉਹ ਰੁਕਣੀ ਚਾਹੀਦੀ ਆ। ਜਿਹੜੇ ਸੱਜਣ ਇਹ ਕਹਿ ਰਹੇ ਹਨ ਐਵੇਂ ਲੋਕਾਂ ਨੂੰ ਗੁੰਮਰਾਹ ਕਰ ਲੈ ਕੇ ਭਗਤ ਬਾਣੀ ਕੱਢ ਦਿੱਤੀ ਆ, ਰਾਲਮਾ ਕੱਢ ਦਿੱਤੀ ਆ, ਉਹ ਬਿਲਕੁਲ ਕੋਰਾ ਝੂਠ ਬੋਲ ਰਹੇ ਹਨ। ਦਾਸ ਨੇ ਪਾਠ 500 ਤੰਗ ਕਰ ਲਿਆ, ਬਾਕੀ ਸੂਰੋ ਕਰੂਗਾ ਟਾਈਮ ਸਮਾਂ ਪਾ ਕੇ, ਪਰ ਲੇਕਿਨ ਕੁਛ ਵੀ ਉੱਥੇ ਦਿਸਿਆ ਨਹੀਂ ਕਿ ਕਿਹੜੀ ਬਾਣੀ, ਕੋਈ ਬਾਣੀ ਮਿਸਿੰਗ ਨਹੀਂ ਹੈ, ਸਵਾਏ ਕਿਤੇ ਕਿਤੇ ਅੱਖਰਾਂ ਦੀ ਬਦਲਾ ਹੈ। ਉਹ ਮੇਰੇ ਖਿਆਲ ਉਸ ਰਿਪੋਰਟ ਅਨੁਸਾਰ ਉਹਨੇ ਕੀਤਾ ਹੋਣਾ, ਜਿਹੜੀ ਰਿਪੋਰਟ ਉਹਨੇ ਸੁਜੈਸਟ ਕੀਤਾ ਸੀ ਵੀ ਆਹ ਠੀਕ ਆ, ਉਹ ਜਿਹੜਾ ਛਾਪੇ ਵਾਲਾ ਉਹ ਨਹੀਂ ਠੀਕ। ਇਸ ਲਈ ਚਾਹੀਦਾ ਗੁਰਸਿੱਖ ਨੂੰ ਇਮਾਨਦਾਰੀ ਨਾਲ ਸੱਚੀ ਗੱਲ ਕਹਿਣੀ, ਨਾ ਕਿ ਪੱਖਪਾਤ ਕਰਕੇ। ਮੈਂ ਹੁਣ ਵੀ ਕਹਿਣਾ ਕਿ ਕਿਸੇ ਵੀ ਇੱਕ ਸੱਜਣ ਜਾਂ ਕਿਸੇ ਇੱਕ ਸੰਸਥਾ ਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਦਲੇ ਜਾਂ ਸੁਧਾਈ ਕਰੇ। ਪਰ ਸਾਡੀ ਬਦਕਿਸਮਤੀ ਇਹ ਆ ਕਿ ਗਲਤੀਆਂ ਬਹੁਤ ਛਪ ਰਹੀਆਂ ਜਾਂ ਛਪੀਆਂ ਜਾ ਚੁੱਕੀਆਂ ਪਿੱਛੇ ਵੀ, ਤੇ ਸ਼੍ਰੋਮਣੀ ਕਮੇਟੀ ਦੇ ਸਰੂਪਾਂ ਵਿੱਚ ਫਰਕ ਹੈ। ਇਹ ਚਾਹੀਦਾ ਸੀਗਾ ਜਦੋਂ ਇਹ ਰਿਪੋਰਟ ਗਈ ਆ, ਰਿਪੋਰਟ ਨੂੰ ਮੁਕੰਮਲ ਕਰ ਦੇ ਤੇ ਉਹ ਤੇ ਵਿਚਾਰ ਕਰਕੇ ਫਿਰ ਸੁਧਾਈ ਕਰਕੇ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ, ਇੱਕ ਸਰੂਪ ਇਹ ਛਾਪਦੇ, ਉਹਦੀ PDF ਵੀ ਬਣਦੀ, ਜਿਹਦੀ ਇੱਕ ਸੀਲ ਹੁੰਦੀ, ਉਹਨੂੰ ਵੀ ਕੋਈ ਚੇਂਜ ਨਾ ਕਰ ਸਕੇ। ਇਹ ਪਹਿਲੀ ਨਲਾਇਕੀ ਸ਼੍ਰੋਮਣੀ ਕਮੇਟੀ ਦੀ ਆ। ਦੂਜੀ ਜਿਹੜੀ ਸਿੱਖ ਬੁੱਕਸ ਦੀ ਕਲੱਬ ਦੀ ਗੱਲ ਮੈਂ ਇਹ ਵੀ ਬੇਨਤੀ ਕਰ ਦੇਵਾਂ ਕਿ ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਆ, ਬੇਸ਼ੱਕ ਇਸ ਪੱਖੋਂ ਉਹ ਸਹੀ ਨਹੀਂ ਹੈ, ਪਰ ਲੇਕਿਨ ਉਹਨਾਂ ਦੀ ਸੇਵਾ ਬੜੀ ਆ। ਉਹਨੇ ਪਤਾ ਨਹੀਂ ਕਿੰਨੀਆਂ ਹਜ਼ਾਰਾਂ ਸਿੱਖ ਧਰਮ ਨਾਲ ਰਿਲੇਟਡ ਕਿਤਾਬਾਂ ਉੱਥੇ ਚਾੜੀਆਂ ਇੰਟਰਨੈਟ ਤੇ, ਜਿਹਦੀ ਫ੍ਰੀ ਡਾਊਨਲੋਡ ਕਰ ਸਕਦੇ ਆ, ਫ੍ਰੀ, ਕੋਈ ਪੈਸਾ ਨਹੀਂ ਦੇਣਾ ਪੈਂਦਾ। ਇਸ ਲਈ ਇੱਕ ਦੀ ਸੇਵਾ ਨੂੰ ਮੁੱਖ ਰੱਖ ਕੇ ਹੀ ਅਸੀਂ ਸੋਚਣਾ ਚਾਹੀਦਾ ਵੀ ਇਹ ਬੰਦਾ ਇੰਨਾ ਹੀ ਭੈੜਾ ਹੋ ਸਕਦਾ ਵੀ ਇਹ ਗਲਤੀ ਮੇਰਾ ਖਿਆਲ ਉਹਨੇ ਕੀਤੀ ਹੈ ਜਾਗਰਤ ਲਿਆਉਣ ਲਈ, ਜਾਗਰਤੀ ਵੀ ਸ਼੍ਰੋਮਣੀ ਕਮੇਟੀ ਆਪਣੀ ਨੀਂਹ ਚੋਂ ਜਾਗੇ ਤਾਂ ਕੁਛ ਕਰੇ। ਪਰ ਉਹਦਾ ਜਿਹੜਾ ਢੰਗ ਆ ਉਹ ਥੋੜਾ ਜਿਹਾ ਕੰਟਰੋਵਰਸ਼ੀਅਲ ਬਣ ਗਿਆ। ਉਹ ਚਾਹੀਦਾ ਇਹ ਸੀਗਾ ਵੀ ਥੋੜੇ ਪ੍ਰੈਸ਼ਰ ਪਾਉਂਦੇ, ਟਰਾਈ ਕਰਦੇ ਵੀ ਸ਼੍ਰੋਮਣੀ ਕੁਝ ਕਰ ਸਕਦੀ ਸੀਗੀ। ਸੋ ਇਸ ਲਈ ਮੇਰੀ ਬੇਨਤੀ ਹੈ, ਜਿਨ੍ਹਾਂ ਦਾਸ ਨੇ ਪਾਠ ਕੀਤਾ ਤੇ ਦਰਸ਼ਨ ਨੇ ਉੱਦਾਂ ਉਂਝ ਖੁੱਲ੍ਹੇ ਜਿਹੇ ਦਰਸ਼ਨ ਕੀਤੇ ਵੀ ਆ। ਇਹ ਠੀਕ ਹੈ ਕਿ ਰਾਗਮਾਲਾ ਦੇ ਤੇ ਸ਼ਲੋਕਮਾਲਾ ਪੰਜਾਂ ਦੇ ਵਿਚਕਾਰ ਇੱਕ ਬੰਨਾ ਖਾਲੀ ਛੱਡਿਆ। ਇਹ ਮੈਂ ਬੇਨਤੀ ਕਰਦਾ, ਵਿਦਵਾਨਾਂ ਨੇ ਇਹ ਗੱਲ ਲਿਖੀ ਆ ਕਿ ਕਰਤਾਰਪੁਰੀ ਸਰੂਪ ਦੇ ਵਿੱਚ ਵੀ 3 ਅੰਗ ਖਾਲੀ ਹਨ।
ਨਾਨਕ ਨਾਮ ਮਿਲੇ ਜੀਵਾਂ, ਨਾਨਕ ਨਾਮ ਮਿਲੇ ਜੀਵਾਂ ਤਨ ਮਨ ਜੀਵਨ ਤੋਂ ਬਾਅਦ 3 ਅੰਕ ਖਾਲੀ ਹਨ, ਫਿਰ ਬਾਕੀ ਜਿਹੜੀਆਂ ਵਾਧੂ ਬਾਣੀਆਂ ਆਉਂਦੀਆਂ। ਸੋ ਇਸ ਲਈ ਇਹਦੇ ਵਿੱਚ ਇੰਨੀ ਕੰਟਰੋਵਰਸੀ ਨਹੀਂ ਜਿੰਨੀ ਕੋਈ ਬਣਾ ਰਹੇ ਹਨ। ਭਗਤ ਬਾਣੀ ਬਸ ਸਾਰੀ ਆ, ਠੀਕ ਭਗਤ ਹੈ ਜੀ ਬਾਣੀ ਵਿੱਚ ਹੀ ਆ, ਸਭ ਕੁਝ ਵਿੱਚ ਹੀ ਆ, ਪਰ ਲੇਕਿਨ ਉਹਨਾਂ ਨੂੰ ਚਾਹੀਦਾ ਇਹ ਠੀਕ ਸੀਗਾ ਵੀ ਉਹ ਪੰਥਕ ਰਾਏ ਨਾਲ ਹੀ ਕਰਦੇ, ਨਾ ਕਿ ਆਪਣੀ ਮਨਮਰਜ਼ੀ ਕਰਦੇ। ਹਾਂਜੀ ਠੀਕ ਹੈ ਜੀ, ਧੰਨਵਾਦ ਜੀ। ਬ੍ਰਿਕ ਸਿੰਘ ਜੀ, ਮੈਂ ਮਾੜਾ ਜਿਹਾ ਸਮਾਂ ਜੀ ਰਜਿੰਦਰ ਸਿੰਘ ਜੀ, ਉਹਦਾ ਭਾਈ ਦੋ ਜੋਗਿੰਦਰ ਮਿੰਟ ਸਿੰਘ ਲੈ ਲਓ ਜੀ, ਤਾਂ ਫਿਰ ਆਪਾਂ। ਉਹਦੇ ਕੋਲ ਤਾਂ ਪਾਠ ਵੀ ਕੀਤਾ ਹੈਗਾ, ਉਹਨੇ ਤਾਂ ਖੋਜ ਕੀਤੀ ਹੈਗੀ ਆ, ਤਾਂ ਜੋ ਦੱਸਿਆ ਉਹਨੇ ਠੀਕ ਦੱਸਿਆ ਹੈਗਾ। ਪਰ ਇਹ ਨਾ ਇਸ਼ੂ ਬਹੁਤ ਸੈਂਸਿਟਿਵ ਆ। ਇਹ ਜਿੱਦਾਂ ਮੈਂ ਵੀ ਇਹ 25-30 ਸਾਲ ਤੋਂ ਗੱਲ ਸੁਣਦਾ ਆ ਰਿਹਾ, ਮੀਡੀਆ 'ਚ ਵੀ ਆਉਂਦੀ ਰਹੀ ਆ, ਤੇ ਉਹ ਕਹਿੰਦੇ ਟੋਰਾ ਸਾਹਿਬ ਨੇ ਵੇਲੇ ਦੀ ਉਹਨੂੰ ਕੀਤੀ ਸੀ ਵੀ ਛਾਪਣਗੇ। ਉਹ ਕਹਿੰਦੇ ਜੇ ਮੈਂ ਛਾਪਦੀ ਤੇ ਮੈਨੂੰ ਤਾਂ ਲੋਕਾਂ ਨੂੰ ਜੀਣ ਨਹੀਂ ਦੇਣਾ ਹੈਗਾ, ਪੰਥ 'ਚ ਦੋ ਰਾਵਾਂ ਹੋ ਜਾਣੀਆਂ, ਡਿਵਾਈਡ ਹੋ ਜਾਣਾ ਪੰਥ। ਤੇ ਅੱਗੇ ਹੀ ਕਹਿੰਦੇ ਸਾਡੀਆਂ ਕਿੰਨੇ ਸਾਰੀਆਂ ਇਸ਼ੂ ਚੱਲ ਰਹੇ ਆ 84 ਤੋਂ ਬਾਅਦ, ਕਾਫੀ ਆਪਾਂ ਸਾਰਿਆਂ ਨੂੰ ਪਤਾ ਵੀ ਕਾਫੀ ਕੌਮ ਤੇ ਭਾਰੀ ਸਮਾਂ ਸੀਗਾ, ਏਕਤਾ ਦੀ ਲੋੜ ਸੀਗੀ, ਉਹਨੇ ਇਹ ਤਾਂ ਇਹ ਫੈਸਲੇ ਲੈ ਸਕੇ। ਅਜੇ ਵੀ ਫੈਸਲਾ ਇੰਨਾ ਸੌਖਾ ਨਹੀਂਗਾ। ਇਸ ਲਈ ਇਹ ਤਾਂ ਚਾਹੀਦਾ ਵੀ ਜਿੰਨੇ ਵੀ ਪੰਥ ਵਿਦਵਾਨ ਹੈਗੇ ਆ, ਸਾਰੇ ਸੰਸਥਾ ਦੇ ਆਗੂ ਹੈਗੇ ਆ, ਮੈਂ ਤਾਂ ਆਪਣੇ ਪੈਨਲ ਦੇ ਬਹਾਵ ਤੇ ਜਾਂ ਸਿੰਘ ਸਭਾ ਦੇ ਬਹਾਵ ਤੇ ਬੇਨਤੀ ਕਰ ਸਕਦਾ ਹੈਗਾ ਵੀ ਅਸੀਂ ਵੀ ਇਹੀ ਚਾਹੁੰਦੇ ਹੈਗੇ, ਕੋਈ ਇਕੱਲਾ ਦਾ ਇਕੱਲਾ ਨਾ ਛਾਪੇ। ਜਿਹੜਾ ਬੇਨਤੀ ਸਾਰੇ ਜਿੰਨੀਆਂ ਸੰਸਥਾਵਾਂ ਹੈਗੀਆਂ ਸਿਰ ਜੋੜ ਕੇ ਜ਼ਰੂਰ ਬੈਠਣ ਉਹ। ਆਪਾਂ ਚਾਹੁੰਦੇ ਜਿਹੜੀਆਂ ਛੋਟੀਆਂ ਮੋਟੀਆਂ ਜਾਣੇ ਜਿਹੜੀਆਂ ਹੈਗੀਆਂ ਵਿੱਚ ਕੋਈ ਨਾ ਕੋਈ ਰਹਿ ਗਈ ਆ, ਹੁਣ ਤਾਂ ਹੀ ਰਹਿ ਗਈ ਆ, ਜੀ ਤੇ ਉਹ ਆਪਾਂ ਨੂੰ ਦੂਰ ਕਰ ਲੈਣੀ ਚਾਹੀਦੀ ਹੈਗੀ ਆ। ਮੈਂ ਤਾਂ ਐਜ਼ ਏ ਗੁਰਦੁਆਰਾ ਸੇਵਾਦਾਰ ਹੁਣ ਤੇ ਬੇਨਤੀ ਕਰਦਾ ਸਾਰੀਆਂ ਸੰਸਥਾਵਾਂ ਨੂੰ, ਇਹਨੂੰ ਨਾ ਮੀਡੀਆ 'ਚ ਜ਼ਿਆਦਾ ਨਾ ਛਾੜਿਆ ਜਾਵੇ। ਫੇਸਬੁੱਕ ਦੇ ਉੱਤੇ ਲੋਕ ਜੋ ਮਰਜ਼ੀ ਲਿਖੀ ਜਾਂਦੇ ਰਹਿੰਦੇ ਆ। ਇੱਕ ਜਿਹੜੀ ਮੈਨੂੰ ਵੱਡੀ ਸਮੱਸਿਆ ਜਿਹੜੀ ਸਾਡੇ ਕੌਮ 'ਚ ਹੈਗੀ ਆ, ਉਹ ਹੈਗੀ ਆ ਬਈ ਕੁਛ ਤਾਂ ਪੰਥ ਵਿਰੋਧੀ ਡੇਰੇ ਹੈਗੇ ਆ, ਕੁਛ ਇੰਡੀਆ ਦੀਆਂ ਏਜੰਸੀਆਂ ਹੈਗੀਆਂ, ਉਹਨੇ ਇਹਨੂੰ ਤੁਲ ਬਹੁਤ ਦੇਣੀ ਆ ਤੇ ਸਾਡੇ 'ਚੋਂ ਦੂਰੀਆਂ ਬਹੁਤ ਵਧਾ ਦੇਣੀਆਂ। ਇਸ ਲਈ ਸਾਡੀਆਂ ਸੰਸਥਾ ਦੇ ਆਗੂ ਨੇ ਇਹਤੇ ਬੜੀ ਸਰਦਾ ਦੇ ਨਾਲ ਜਿਹੜੀ ਆ ਫੈਸਲਾ ਲੈਣਾ ਚਾਹੀਦਾ। ਮੈਨੂੰ ਅਗਲੇ ਮਹੀਨੇ ਮਈ ਦੇ 3-4 ਤਰੀਕ ਤੇ ਵੱਡੀ ਮੀਟਿੰਗ ਸੱਦੀ ਆ, ਬਹੁਤ ਸਾਰੀਆਂ ਪੰਜ ਸੰਸਥਾ ਦੇ ਆਗੂ ਜਿਹੜੇ ਅਕਾਲ ਤਖਤ ਦੇ ਇਕੱਠੇ ਹੋ ਰਹੇ ਹੈਗੇ ਆ, ਤੇ ਮੇਰੀ ਉਹਨਾਂ ਨੂੰ ਬੇਨਤੀ ਹੈਗੀ ਆ ਇਹ ਇਸ਼ੂ ਨਾਲ ਕੋਸ਼ਿਸ਼ ਕਰੋ ਵੀ ਇਹਦੇ ਵਿੱਚ ਕੋਈ ਵੀ ਏਜੰਸੀਆਂ ਜਾਂ ਕੋਈ ਵੀ ਜਿਹੜੇ ਐਂਟੀ ਪੰਥਕ ਡੇਰੇ ਆ, ਇਹਦੇ ਵਿੱਚ ਉਹ ਨਹੀਂ ਵਾਦ ਵਧਾਉਣਾ ਹੈਗਾ। ਤੁਸੀਂ ਉਹ ਵਧਣ ਨਹੀਂ ਦੇਣਾ ਹੈਗਾ। ਜਿਹੜੀਆਂ ਉਹਨੇ ਗਲਤੀਆਂ ਤੁਹਾਡੇ ਨੋਟਸ ਲਿਆਂਦੀਆਂ ਹੈਗੀਆਂ ਛਾਪਣ ਦੀ, ਮੈਂ ਉਹਦੇ ਨਾਲ ਸਹਿਮਤ ਨਹੀਂਗਾ ਜਿਹਨੇ ਵੀ ਛਾਪੀ ਹੈਗੀ ਆ, ਪਰ ਜਿਹੜੀਆਂ ਗਲਤੀਆਂ ਨੋਟਸ ਲਿਆਂਦੀਆਂ ਹੈਗੀਆਂ ਨਾ, ਜਾਂ ਵਿਦਾਂਤੀ ਸਾਹਿਬ ਨੇ ਦਿੱਤੀਆਂ ਹੈਗੀਆਂ ਪੰਥ ਨੂੰ, ਉੱਤੇ ਠੀਕ ਜ਼ਰੂਰ ਬਹਿ ਕੇ ਸਿਰ ਜੋੜ ਕੇ ਆਪਣੀ ਕੋਈ ਨਾ ਕੋਈ ਰਾਏ ਬਣਾ ਲਓ। ਏਜੰਸੀਆਂ ਨੂੰ ਡੇਰਿਆਂ ਨੂੰ ਤੁਸੀਂ ਮੌਕਾ ਨਾ ਦਿਓ, ਨਹੀਂ ਤਾਂ ਇਹਨੇ ਅੱਗੇ ਸਾਨੂੰ ਇਸ ਵੇਲੇ ਸਾਡੇ ਬੱਚੇ ਜੇਲ੍ਹਾਂ 'ਚ ਬੈਠੇ ਹੈਗੇ ਆ। ਅਕਾਲੀ ਦਲ ਆਪਣਾ ਸਾਰਿਆਂ ਨੂੰ ਪਤਾ ਕਿ ਬਿਲਕੁਲ ਆਪੋਜੀਸ਼ਨ ਪਾਰਟੀ 'ਚ ਵੀ ਖਤਮ ਹੋ ਗਿਆ ਹੈਗਾ, ਨਿਘਾਰਾਂ ਨੂੰ ਜਾ ਰਿਹਾ ਹੈਗਾ। ਇਹ ਸਮਾਂ ਹੈਗਾ ਮੁੜ ਕੇ ਪੰਥ ਨੂੰ ਜੋੜਨ ਦਾ, ਤੇ ਤਾਂ ਜੋ ਆਪਣੇ ਕੋਲ ਰਾਗ ਭਾਗ ਹੈਗਾ, ਜਾਂ ਆਪਾਂ ਹਲੀਮੀ ਰਾਜ ਦੀ ਗੱਲ ਕਰਦੇ ਹੈਗੇ, ਜਿਹੜਾ ਆਪਣਾ ਗੁਰੂ ਨਾਨਕ ਸਾਹਿਬ ਦਾ ਮੈਸੇਜ ਹੈ ਗੁਰਬਾਣੀ ਦਾ, ਆਪਾਂ ਤਾਂ ਉਹ ਲਾਗੂ ਕਰਨਾ ਸੀ। ਅਸੀਂ ਦਿਨੋਂ ਦਿਨ ਵੀਕ ਹੋ ਰਹੇ ਹਾਂ, ਤੇ ਦੁਸ਼ਮਣ ਜਿਹੜਾ ਹੈਗਾ, ਉਹ ਜਿਹੜਾ ਦੁਸ਼ਮਣ ਨੇ ਕੰਮ ਕਰਨੇ ਸੀ ਆਪ ਹੀ ਕਰੀ ਜਾ ਰਹੇ ਹੈਗੇ ਆ। ਪਤਾ ਆ ਸਾਰਿਆਂ ਨੂੰ ਵੀ ਜਿਹਨੇ ਵੀ ਸ਼੍ਰੋਮਣੀ ਕਮੇਟੀ ਤੋਂ ਫੈਸਲਾ ਲਿਆ ਨਹੀਂ ਹੋਣਾ ਹੈਗਾ, ਇੰਨਾ ਸੌਖਾ ਨਹੀਂਗਾ। ਸਾਰਿਆਂ ਨੂੰ ਪਤਾ